ਸਤਿ ਸ਼੍ਰੀ ਅਕਾਲ ਜੀ। ਜੀਕੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਲੈ ਕੇ ਆਏ ਹਾਂ ਜੀ ਅੱਜ ਇੱਕ ਹੋਰ ਤੁਹਾਡੇ ਲਈ ਨਵੀਂ ਕਹਾਣੀ। ਮੇਰਾ ਨਾਮ ਰਾਣੀ ਹੈ। ਮੈਂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਹਾਂ। ਮੇਰੀ ਉਮਰ 25 ਸਾਲ ਹੈ। ਮੈਂ ਆਪਣੀ ਛੋਟੀ ਜਿਹੀ ਉਮਰ ਵਿੱਚ ਹੀ ਬਹੁਤ ਦੁੱਖ ਦੇਖੇ। ਜਿਸ ਉਮਰ ਵਿੱਚ ਬੱਚੇ ਖੇਡਦੇ ਸੀ, ਮੈਂ ਉਸ ਉਮਰ ਵਿੱਚ ਹੀ ਬਹੁਤ ਹੀ ਤਕਲੀਫਾਂ ਤੇ ਦੁੱਖ ਦੇਖ ਚੁੱਕੀ ਸੀ। ਮੇਰੀ ਮਾਂ ਤੇ ਮੈਂ, ਅਸੀਂ ਦੋਨਾਂ ਨੇ ਹਰ ਮੁਸ਼ਕਲ ਵਿੱਚ ਹੀ ਹਿੰਮਤ ਤੋਂ ਕੰਮ ਲਿਆ। ਮੈਂ ਤੇ ਮੇਰੀ ਮਾਂ, ਅਸੀਂ ਦੋਵੇਂ ਹੀ ਇੱਕ ਦੂਸਰੇ ਦਾ ਸਹਾਰਾ ਬਣੇ। ਫਿਰ ਮੇਰੀ ਮਾਂ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੋੜ ਆਇਆ ਜਿਸ ਦੇ ਨਾਲ ਸਾਡੀ ਦੋਵਾਂ ਦੀ ਜ਼ਿੰਦਗੀ ਬਰਬਾਦ ਹੋ ਗਈ। ਮੇਰੀ ਮਾਂ ਤੇ ਮੇਰੇ ਪਾਪਾ ਦੇ ਵਿਚਕਾਰ ਤਲਾਕ ਹੋ ਚੁੱਕਿਆ ਸੀ। ਉਦੋਂ ਮੈਂ ਸਿਰਫ ਮਹੀਨਿਆਂ ਦੀ ਹੀ ਬੱਚੀ ਸੀ। ਮੇਰੇ ਪਾਪਾ ਨੇ ਮੇਰੀ ਮਾਂ ਤੇ ਇਹ ਇਲਜ਼ਾਮ ਲਗਾਇਆ ਕਿ ਇਹ ਮੇਰੀ ਬੱਚੀ ਨਹੀਂ ਹੈ। ਬਹੁਤ ਝਗੜੇ ਹੋਏ, ਬਸ ਗੱਲ ਤਲਾਕ ਤੇ ਜਾ ਕੇ ਮੁੱਕੀ। ਮੇਰੀ ਮਾਂ ਨੇ ਆਪਣੇ ਘਰ ਵਾਲਿਆਂ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਵਾਇਆ ਸੀ। ਉਹ ਦੋਵੇਂ ਹੀ ਇੱਕ ਦੂਸਰੇ ਨੂੰ ਪਸੰਦ ਕਰਦੇ ਸੀ, ਪਰ ਮੇਰੀ ਮਾਂ ਨੇ ਕਦੇ ਵੀ ਆਪਣੀ ਜ਼ੁਬਾਨ ਤੇ ਇਹ ਗੱਲ ਨਹੀਂ ਸੀ ਲਿਆਂਦੀ। ਹੁਣ ਮੇਰੀ ਮਾਂ ਨੂੰ ਵੀ ਸਮਝ ਆ ਗਈ ਸੀ ਕਿ ਮੇਰੀ ਤਾਂ ਜ਼ਿੰਦਗੀ ਦੁੱਖਾਂ ਭਰੀ ਸ਼ੁਰੂ ਹੋ ਗਈ ਸੀ। ਉਸਨੇ ਭੱਜ ਕੇ ਮੇਰੇ ਪਾਪਾ ਨਾਲ ਵਿਆਹ ਤਾਂ ਕਰਵਾ ਲਿਆ ਸੀ। ਇਹ ਉਸਦੀ ਗਲਤੀ ਉਸਦੇ ਲਈ ਸਜ਼ਾ ਬਣ ਗਈ ਸੀ। ਵਿਆਹ ਦੇ 6 ਮਹੀਨਿਆਂ ਬਾਅਦ ਹੀ ਉਹ ਮੇਰੀ ਮਾਂ ਨੂੰ ਛੱਡ ਕੇ ਦੂਸਰੇ ਦੇਸ਼ ਚਲੇ ਗਏ ਸੀ। ਬਸ ਕਦੇ ਕਦਾਈ ਹੀ ਮੇਰੀ ਮਾਂ ਨਾਲ ਫੋਨ ਤੇ ਗੱਲ ਕਰਦੇ ਸਨ। ਜਦੋਂ ਮੇਰੀ ਮਾਂ ਪੁੱਛਦੀ ਤਾਂ ਕਹਿੰਦੇ ਕਿ ਕੰਮ ਵਿੱਚ ਹਾਂ, ਟਾਈਮ ਨਹੀਂ ਮਿਲਦਾ। ਜਦੋਂ ਮੇਰੀ ਮਾਂ ਨੂੰ ਇਹ ਪਤਾ ਲੱਗਿਆ ਕਿ ਮੈਂ ਮਾਂ ਬਣਨ ਵਾਲੀ ਹਾਂ ਤਾਂ ਮੇਰੀ ਮਾਂ ਨੇ ਮੇਰੇ ਪਾਪਾ ਨੂੰ ਜ਼ਬਰਦਸਤੀ ਘਰ ਬੁਲਾਇਆ ਤਾਂ ਕਿ ਉਹ ਉਹਨਾਂ ਨੂੰ ਵੀ ਇਹ ਖੁਸ਼ੀ ਦੀ ਖਬਰ ਦੇ ਸਕੇ। ਜਦੋਂ ਮੇਰੇ ਪਾਪਾ ਨੂੰ ਮੇਰੀ ਮਾਂ ਦੇ ਪ੍ਰੈਗਨੈਂਟ ਦਾ ਪਤਾ ਲੱਗਿਆ ਤਾਂ ਮੇਰੇ ਪਾਪਾ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਇਹ ਮੇਰਾ ਬੱਚਾ ਨਹੀਂ ਹੈ। ਪਤਾ ਨਹੀਂ ਕਿਸ ਦੇ ਬੱਚੇ ਨੂੰ ਮੇਰੇ ਬੱਚੇ ਦਾ ਨਾਮ ਦੇ ਰਹੀ ਹੈ। ਮੇਰੀ ਮਾਂ ਨੇ ਬਹੁਤ ਯਕੀਨ ਦਿਵਾਇਆ, ਪਰ ਉਹ ਮੇਰੀ ਮਾਂ ਦੀ ਇੱਕ ਵੀ ਗੱਲ ਨਾ ਮੰਨੇ। ਫਿਰ ਮੇਰੇ ਪਾਪਾ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਤੂੰ ਇਸ ਬੱਚੇ ਦੀ ਸਫਾਈ ਕਰਵਾ ਦੇ। ਜੇ ਤੂੰ ਇਹ ਬੱਚਾ ਰੱਖਿਆ ਤਾਂ ਮੈਂ ਤੈਨੂੰ ਛੱਡ ਦੇਵਾਂਗਾ। ਪਰ ਮੇਰੀ ਮਾਂ ਇਸ ਗੱਲ ਲਈ ਰਾਜ਼ੀ ਨਹੀਂ ਸੀ ਕਿ ਕਾਸ਼ ਮੇਰੀ ਮਾਂ ਮੇਰੇ ਪਾਪਾ ਦੀ ਗੱਲ ਨੂੰ ਉਸ ਦਿਨ ਮੰਨ ਹੀ ਜਾਂਦੀ ਤਾਂ ਅੱਜ ਮੈਂ ਇਹ ਦੁੱਖ ਨਾ ਦੇਖਦੀ। ਪਰ ਮੇਰੀ ਮਾਂ ਨੇ ਮੇਰੇ ਪਾਪਾ ਨੂੰ ਛੱਡਣ ਦਾ ਫੈਸਲਾ ਕਰ ਲਿਆ, ਪਰ ਮੈਨੂੰ ਜਨਮ ਦੇ ਦਿੱਤਾ। ਜਦੋਂ ਹੀ ਮੇਰਾ ਜਨਮ ਹੋਇਆ ਤਾਂ ਮੇਰੀ ਮਾਂ ਦੀ ਬੁਰੀ ਕਿਸਮਤ ਨੇ ਦਰਵਾਜ਼ਾ ਖੋਲ੍ਹ ਦਿੱਤਾ। ਮੈਂ ਜਿਵੇਂ-ਜਿਵੇਂ ਵੱਡੀ ਹੁੰਦੀ ਗਈ ਤਾਂ ਮੈਂ ਦੇਖਦੀ ਗਈ ਕਿ ਉਹ ਕਿਵੇਂ ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਦੀ ਸੀ। ਲੋਕਾਂ ਦੇ ਘਰਾਂ ਵਿੱਚ ਜਾ ਕੇ ਪੋਚਾ ਲਗਾਉਣਾ, ਭਾਂਡੇ ਮਾਂਜਣਾ, ਕੱਪੜੇ ਧੋਣਾ ਅਤੇ ਫਿਰ ਪੈਸੇ ਕਮਾ ਕੇ ਘਰ ਲੈ ਕੇ ਆਉਂਦੀ ਸੀ ਤੇ ਮਸਾਂ ਗੁਜ਼ਾਰਾ ਕਰਦੀ ਸੀ। ਜਦੋਂ ਮੈਂ ਥੋੜੀ ਵੱਡੀ ਹੋਈ ਤਾਂ ਮੈਂ ਵੀ ਆਪਣੀ ਮਾਂ ਨਾਲ ਜਾ ਕੇ ਕੰਮ ਕਰਵਾਉਂਦੀ। ਮੈਂ ਤੇ ਮੇਰੀ ਮਾਂ ਜਿਸ ਘਰ ਵਿੱਚ ਰਹਿੰਦੀਆਂ ਸੀ ਉਹ ਕਿਰਾਏ ਦਾ ਘਰ ਨਹੀਂ ਸੀ। ਜਿਸ ਘਰ ਵਿੱਚ ਅਸੀਂ ਰਹਿੰਦੀਆਂ ਸੀ, ਅਸੀਂ ਉਹਨਾਂ ਦੇ ਘਰ ਵਿੱਚ ਹੀ ਕੰਮ ਕਰਦੀਆਂ ਸੀ ਤੇ ਉਹਨਾਂ ਨੇ ਸਾਨੂੰ ਰਹਿਣ ਲਈ ਜਗ੍ਹਾ ਦਿੱਤੀ ਸੀ। ਅਸੀਂ ਉਹਨਾਂ ਦੀਆਂ ਹਰ ਗੱਲ ਮੰਨਦੀਆਂ ਅਤੇ ਉਹਨਾਂ ਦੇ ਘਰ ਦਾ ਹਰ ਇੱਕ ਕੰਮ ਕਰਦੀਆਂ। ਉਹਨਾਂ ਦੇ 2 ਬੱਚੇ ਸਨ, ਇੱਕ ਬੇਟਾ ਤੇ ਇੱਕ ਬੇਟੀ। ਮੇਰੀ ਉਹਨਾਂ ਦੀ ਬੇਟੀ ਦੇ ਨਾਲ ਬਹੁਤ ਹੀ ਜ਼ਿਆਦਾ ਬਣਦੀ ਸੀ ਅਤੇ ਅਸੀਂ ਦੋਨੇ ਆਪਸ ਵਿੱਚ ਖੇਡਦੀਆਂ ਅਤੇ ਮੈਨੂੰ ਉਸ ਘਰ ਦੀ ਮਾਲਕਣ ਨੇ ਵੀ ਇਹੀ ਕਿਹਾ ਸੀ ਕਿ ਤੂੰ ਮੇਰੀ ਬੇਟੀ ਦੇ ਨਾਲ ਹੀ ਰਿਹਾ ਕਰ ਤੇ ਇਸ ਨੂੰ ਖਿਡਾਇਆ ਕਰ। ਜੇ ਮੈਂ ਉਸ ਦੀ ਬੇਟੀ ਨੂੰ ਕਿਸੇ ਗਲਤ ਕੰਮ ਕਰਨ ਤੋਂ ਰੋਕਦੀ ਤਾਂ ਉਸ ਦੀ ਮਾਂ ਮੈਨੂੰ ਹੀ ਮਾਰਦੀ। ਜਦੋਂ ਮੈਂ ਆਪਣੀ ਮਾਂ ਨੂੰ ਦੱਸਦੀ ਤਾਂ ਉਹ ਵੀ ਮੈਨੂੰ ਚੁੱਪ ਰਹਿਣ ਲਈ ਕਹਿ ਦਿੰਦੀ। ਮੇਰੀ ਉਮਰ ਉਸ ਵਕਤ 18 ਸਾਲਾਂ ਦੀ ਸੀ। ਇੱਕ ਦਿਨ ਉਹਨਾਂ ਦੀ ਬੇਟੀ ਨੇ ਮੈਨੂੰ ਕਿਹਾ ਕਿ ਤੂੰ ਮੇਰੇ ਨਾਲ ਅੱਜ ਬਾਹਰ ਚੱਲ। ਉਸ ਦੀ ਉਮਰ ਵੀ ਮੇਰੀ ਉਮਰ ਜਿੰਨੀ ਸੀ। ਮੈਂ ਉਸ ਨੂੰ ਪਹਿਲਾਂ ਤਾਂ ਇਨਕਾਰ ਕਰ ਦਿੱਤਾ ਤੇ ਉਸਨੇ ਕਿਹਾ ਕਿ ਜੇਕਰ ਤੂੰ ਮੇਰੇ ਨਾਲ ਨਹੀਂ ਜਾਵੇਂਗੀ ਤਾਂ ਮੈਂ ਆਪਣੀ ਮਾਂ ਨੂੰ ਦੱਸ ਦੇਵਾਂਗੀ ਤੇ ਮੇਰੀ ਮਾਂ ਤੁਹਾਨੂੰ ਘਰੋਂ ਕੱਢ ਦੇਗੀ। ਮੈਨੂੰ ਵੀ ਡਰ ਸੀ ਕਿ ਜੇ ਸਾਨੂੰ ਘਰੋਂ ਕੱਢ ਦਿੱਤਾ ਤਾਂ ਮੇਰੀ ਮਾਂ ਮੈਨੂੰ ਲੜੇਗੀ, ਕਿਉਂਕਿ ਮੇਰੀ ਮਾਂ ਨਹੀਂ ਸੀ ਚਾਹੁੰਦੀ ਕਿ ਅਸੀਂ ਕਿਤੇ ਹੋਰ ਜਾਈਏ, ਕਿਉਂਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਅਸੀਂ ਕੋਈ ਮਕਾਨ ਲੈ ਲੈਂਦੇ। ਮੇਰੀ ਮਾਂ ਵੀ ਨਹੀਂ ਸੀ ਚਾਹੁੰਦੀ ਕਿ ਮੈਂ ਕਿਸੇ ਦੇ ਨਾਲ ਇਸ ਤਰ੍ਹਾਂ ਬਾਹਰ ਜਾਵਾਂ, ਪਰ ਸਾਡੀ ਇਹ ਮਜਬੂਰੀ ਬਣ ਗਿਆ ਸੀ ਨਹੀਂ ਤਾਂ ਉਹ ਸਾਨੂੰ ਘਰੋਂ ਕੱਢ ਦਿੰਦੇ। ਡਰ ਕਾਰਨ ਮੈਂ ਉਸ ਦੇ ਨਾਲ ਚੱਲ ਪਈ। ਉਹ ਮੈਨੂੰ ਅਜਿਹੇ ਸੁੰਨਸਾਨ ਰਾਸਤੇ ਵਿੱਚ ਜਿਸ ਜਗ੍ਹਾ ਵਿੱਚ ਲੈ ਕੇ ਗਈ, ਮੈਨੂੰ ਤਾਂ ਬਹੁਤ ਡਰ ਲੱਗ ਰਿਹਾ ਸੀ ਕਿਉਂਕਿ ਮੈਂ ਪਹਿਲੀ ਵਾਰ ਇਸ ਰਸਤੇ ਤੇ ਆਈ ਸੀ। ਅੱਗੇ ਜਾ ਕੇ ਇੱਕ ਝੌਂਪੜੀ ਬਣੀ ਹੋਈ ਸੀ। ਜਦੋਂ ਮੈਂ ਉਸ ਝੌਂਪੜੀ ਨੂੰ ਦੇਖਿਆ ਤਾਂ ਮੇਰੀਆਂ ਤਾਂ
ਚੀਕਾਂ ਨਿਕਲ ਗਈਆਂ ਤੇ ਮੈਂ ਘਬਰਾ ਗਈ। ਡਰ ਦੇ ਕਾਰਨ ਮੈਨੂੰ ਚੱਕਰ ਆ ਗਿਆ ਤੇ ਮੈਂ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਆਪਣੇ ਘਰੇ ਮੰਜੇ ਤੇ ਪਈ ਸੀ ਤੇ ਮੇਰੇ ਜੋ ਕੱਪੜੇ ਪਾਏ ਸਨ ਉਹ ਮੇਰੇ ਨਹੀਂ ਸਹੀ। ਜਦੋਂ ਮੈਂ ਆਪਣੀ ਹਾਲਤ ਦੇਖ ਕੇ ਆਪਣੀ ਮਾਂ ਨੂੰ ਪੁੱਛਿਆ ਕਿ ਮੈਂ ਇੱਥੇ ਕਿਵੇਂ ਆਈ ਹਾਂ, ਤਾਂ ਮੇਰੀ ਮਾਂ ਮੈਨੂੰ ਦੇਖ ਕੇ ਗਲ ਲਾ ਕੇ ਰੋਣ ਲੱਗ ਪਈ ਤੇ ਮੈਂ ਹੈਰਾਨ ਹੋ ਗਈ ਕਿ ਮੇਰੇ ਨਾਲ ਅਜਿਹਾ ਕੀ ਹੋਇਆ ਹੈ। ਮੈਂ ਬਹੁਤ ਹੀ ਆਪਣੀ ਮਾਂ ਤੋਂ ਪੁੱਛਿਆ ਪਰ ਮੇਰੀ ਮਾਂ ਨੇ ਕੁਝ ਵੀ ਨਾ ਦੱਸਿਆ। ਅਗਲੇ ਦਿਨ ਫਿਰ ਉਹਨਾਂ ਦੀ ਬੇਟੀ ਮੈਨੂੰ ਜ਼ਬਰਦਸਤੀ ਉਸੇ ਥਾਂ ਤੇ ਲੈ ਗਈ। ਮੈਂ ਨਹੀਂ ਸੀ ਜਾਣਾ ਚਾਹੁੰਦੀ। ਫਿਰ ਮੈਨੂੰ ਉਸਨੇ ਧਮਕੀਆਂ ਦਿੱਤੀਆਂ। ਮੈਂ ਡਰਦੀ ਉਸਦੇ ਨਾਲ ਚੱਲ ਪਈ ਕਿਉਂਕਿ ਮੈਂ ਛੋਟੇ ਹੁੰਦਿਆਂ ਤੋਂ ਹੀ ਬਹੁਤ ਕਮਜ਼ੋਰ ਦਿਲ ਦੀ ਸੀ ਤੇ ਛੇਤੀ ਹੀ ਡਰ ਜਾਂਦੀ ਸੀ। ਜਿਉਂ ਹੀ ਮੈਂ ਉਸ ਰਾਸਤੇ ਉਸਦੇ ਨਾਲ ਤੁਰ ਰਹੀ ਸੀ ਤਾਂ ਥੋੜੀ ਅੱਗੇ ਜਾ ਕੇ ਉਸਨੇ ਮੇਰੇ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਤੇ ਕਿਹਾ ਕਿ ਤੂੰ ਬਸ ਚੁੱਪਚਾਪ ਆ। ਜਿਉਂ ਹੀ ਮੈਂ ਝੌਂਪੜੀ ਦੇ ਨੇੜੇ ਗਈ ਤਾਂ ਉਸਨੇ ਇੱਕ ਸ਼ੀਸ਼ੀ ਮੇਰੇ ਮੂੰਹ ਦੇ ਅੱਗੇ ਕਰੀ ਤੇ ਮੈਂ ਬੇਹੋਸ਼ ਹੋ ਗਈ। ਫਿਰ ਉਸੇ ਤਰ੍ਹਾਂ ਹੀ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਆਪਣੇ ਘਰੇ ਉਸੇ ਤਰ੍ਹਾਂ ਹੀ ਮੰਜੇ ਤੇ ਪਈ ਸੀ। ਮੈਂ ਫਿਰ ਆਪਣੀ ਮਾਂ ਤੋਂ ਪੁੱਛਿਆ ਤਾਂ ਮੇਰੀ ਮਾਂ ਨੇ ਕੁਝ ਨਾ ਦੱਸਿਆ, ਬਸ ਰੋਂਦੀ ਰਹੀ। ਮੇਰੀ ਮਾਂ ਜਾਣਦੀ ਸੀ ਮੇਰੇ ਨਾਲ ਕੀ ਹੋਇਆ ਹੈ। ਮੇਰੀ ਮਾਂ ਨੂੰ ਵੀ ਕਿਸੇ ਤਰ੍ਹਾਂ ਦਾ ਡਰ ਸੀ ਜੋ ਉਹ ਮੈਨੂੰ ਸਹੀ ਗੱਲ ਨਹੀਂ ਸੀ ਦੱਸ ਰਹੀ। ਕੁਝ ਦਿਨਾਂ ਬਾਅਦ ਮੇਰੀ ਸਿਹਤ ਬਹੁਤ ਜ਼ਿਆਦਾ ਖਰਾਬ ਰਹਿਣ ਲੱਗ ਪਈ। ਮੈਂ ਅੰਦਰੋਂ ਹੀ ਅੰਦਰ ਕਮਜ਼ੋਰੀ ਮਹਿਸੂਸ ਕਰਦੀ। ਮੇਰੇ ਤੋਂ ਜ਼ਿਆਦਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ। ਮੇਰੀ ਮਾਂ ਨੇ ਵੀ ਚੁੱਪ ਹੀ ਵੱਟ ਲਈ ਸੀ। ਉਹ ਜ਼ਿਆਦਾ ਕੁਝ ਵੀ ਨਾ ਬੋਲਦੀ। ਮੇਰੀ ਮਾਂ ਨੂੰ ਗੱਲ ਦਾ ਪਤਾ ਸੀ ਪਰ ਉਹ ਬਿਲਕੁਲ ਚੁੱਪ ਰਹਿਣ ਲੱਗ ਪਈ ਤੇ ਮੈਨੂੰ ਕੁਝ ਵੀ ਨਾ ਦੱਸਦੀ। ਅਗਲੇ ਦਿਨ ਫਿਰ ਉਸਦੀ ਬੇਟੀ ਨੇ ਮੈਨੂੰ ਇਸ਼ਾਰਾ ਕਰਿਆ ਤੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਮੈਨੂੰ ਕਹਿਣ ਲੱਗੀ ਕਿ ਮੇਰੇ ਨਾਲ ਅੱਜ ਫੇਰ ਚੱਲ। ਮੈਂ ਉਸਨੂੰ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਪਰ ਮੇਰੇ ਤੋਂ ਕੁਝ ਦੂਰ ਮੇਰੀ ਮਾਂ ਖੜੀ ਸੀ ਤੇ ਮੇਰੀ ਮਾਂ ਨੇ ਜਦੋਂ ਸਾਨੂੰ ਦੋਹਾਂ ਨੂੰ ਦੇਖਿਆ ਤਾਂ ਮੇਰੀ ਮਾਂ ਨੇ ਮੇਰੇ ਕੋਲ ਆ ਕੇ ਕਿਹਾ, ਤੂੰ ਜਾ। ਮੈਂ ਤਾਂ ਹੈਰਾਨ ਰਹਿ ਗਈ ਕਿ ਮੇਰੀ ਮਾਂ ਹੀ ਮੈਨੂੰ ਖੁਦ ਉੱਥੇ ਭੇਜ ਰਹੀ ਹੈ ਜਿੱਥੇ ਜਾ ਕੇ ਮੇਰੀ ਹਾਲਤ ਖਰਾਬ ਹੁੰਦੀ ਸੀ। ਤੇ ਮੈਂ ਆਪਣੀ ਮਾਂ ਨੂੰ ਵੀ ਗੁੱਸੇ ਵਿੱਚ ਕਿਹਾ, ਮੈਂ ਨਹੀਂ ਜਾਣਾ। ਤੁਸੀਂ ਭਾਵੇਂ ਮੇਰੀਆਂ ਕਿੰਨੀਆਂ ਮਿੰਨਤਾਂ ਕਰ ਲਓ, ਮੈਂ ਤੁਹਾਡੀ ਵੀ ਗੱਲ ਨਹੀਂ ਮੰਨਣੀ। ਮੈਂ ਨਹੀਂ ਜਾਣਾ। ਮੇਰੀ ਮਾਂ ਨੇ ਮੇਰੀ ਬਾਂਹ ਫੜੀ ਤੇ ਸਾਡੇ ਕਮਰੇ ਵਿੱਚ ਲੈ ਗਈ ਤੇ ਮੇਰੇ ਅੱਗੇ ਹੱਥ ਜੋੜ ਕੇ ਮੈਨੂੰ ਕਹਿਣ ਲੱਗੀ ਕਿ ਧੀਏ ਤੂੰ ਚਲੀ ਜਾ। ਜੇ ਤੂੰ ਨਾ ਗਈ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਤੇ ਉਹ ਚੁੱਪ ਹੋ ਗਈ ਤੇ ਰੋਣ ਲੱਗ ਪਈ। ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਨਹੀਂ ਜਾਣਾ, ਤੁਸੀਂ ਮੈਨੂੰ ਧੱਕੇ ਨਾਲ ਕਿਉਂ ਭੇਜ ਰਹੇ ਹੋ? ਤਾਂ ਮੇਰੀ ਮਾਂ ਚੁੱਪ ਕਰ ਗਈ ਤੇ ਅੱਗੇ ਕੁਝ ਵੀ ਨਾ ਬੋਲੀ, ਬਸ ਰੋਂਦੀ ਰਹੀ। ਮੈਨੂੰ ਪਤਾ ਸੀ ਕਿ ਮਾਂ ਨੂੰ ਸਾਰੀ ਗੱਲ ਦੀ ਸੱਚਾਈ ਦਾ ਪਤਾ, ਪਰ ਫਿਰ ਵੀ ਉਹ ਮੈਨੂੰ ਮਜਬੂਰਨ ਉੱਥੇ ਭੇਜ ਰਹੀ ਹੈ। ਮੈਂ ਉਸਦੇ ਅੰਦਰ ਪਤਾ ਨਹੀਂ ਕੀ ਡਰ ਸੀ ਜੋ ਮੈਨੂੰ ਉੱਥੇ ਉਸਦੇ ਅੰਦਰ ਪਤਾ ਨਹੀਂ ਕੀ ਡਰ ਸੀ ਕਿ ਉਹ ਮੈਨੂੰ ਉੱਥੇ ਭੇਜਣ ਲਈ ਮਜਬੂਰ ਸੀ। ਮੇਰੀ ਮਾਂ ਨੂੰ ਸੱਚਾਈ ਦਾ ਪਤਾ ਸੀ ਪਰ ਫਿਰ ਵੀ ਮੈਨੂੰ ਉੱਥੇ ਜ਼ਬਰਦਸਤੀ ਭੇਜਣਾ ਚਾਹੁੰਦੀ ਸੀ। ਫਿਰ ਮੇਰੀ ਮਾਂ ਮੇਰੇ ਪੈਰਾਂ ਵਿੱਚ ਡਿੱਗ ਪਈ ਤੇ ਮੈਨੂੰ ਕਹਿੰਦੀ ਕਿ ਤੂੰ ਚਲੀ ਜਾ। ਜਦੋਂ ਮੇਰੀ ਮਾਂ ਦੀ ਹਾਲਤ ਮੈਂ ਦੇਖੀ ਤਾਂ ਮੈਂ ਕਿਹਾ, ਮਾਂ ਮੈਂ ਜ਼ਰੂਰ ਚਲੀ ਜਾਵਾਂਗੀ ਪਰ ਮੈਂ ਇਹ ਰਾਜ ਜਾਣ ਕੇ ਹੀ ਰਹਾਂਗੀ ਕਿ ਉੱਥੇ ਮੇਰੇ ਨਾਲ ਕੀ ਹੁੰਦਾ ਹੈ। ਇੰਨਾ ਕਹਿ ਕੇ ਮੈਂ ਕਮਰੇ ਤੋਂ ਬਾਹਰ ਆ ਗਈ ਤੇ ਬਾਹਰ ਆ ਕੇ ਉਹਨਾਂ ਦੀ ਬੇਟੀ ਮੇਰਾ ਇੰਤਜ਼ਾਰ ਕਰ ਰਹੀ ਸੀ। ਉਹ ਮੇਰੀ ਬਾਂਹ ਫੜ ਕੇ ਮੈਨੂੰ ਬਾਹਰ ਲੈ ਕੇ ਚੱਲ ਪਈ। ਰਸਤੇ ਵਿੱਚ ਮੈਂ ਉਸਨੂੰ ਕਿਹਾ ਕਿ ਤੂੰ ਮੈਨੂੰ ਸੱਚ-ਸੱਚ ਦੱਸ ਦੇ, ਤੂੰ ਮੇਰੇ ਨਾਲ ਕੀ ਕਰਦੀ ਹੈ? ਜੇ ਤੂੰ ਮੈਨੂੰ ਸੱਚ-ਸੱਚ ਦੱਸ ਦਿੱਤਾ ਤਾਂ ਮੈਂ ਆਪਣੀ ਖੁਸ਼ੀ ਦੇ ਨਾਲ ਹੀ ਤੇਰੇ ਨਾਲ ਹਰ ਰੋਜ਼ ਜਾਇਆ ਕਰੂੰਗੀ। ਤਾਂ ਉਹ ਮੇਰਾ ਹੱਥ ਫੜ ਕੇ ਬੋਲੀ ਕਿ ਤੈਨੂੰ ਦੱਸਣ ਵਾਲੀ ਗੱਲ ਨਹੀਂ ਹੈ, ਤੂੰ ਚੁੱਪਚਾਪ ਮੇਰੇ ਨਾਲ ਚੱਲ ਪਾ। ਮੇਰੇ ਕੋਲ ਤੇਰੀਆਂ ਇਹਨਾਂ ਫਜ਼ੂਲ ਗੱਲਾਂ ਦਾ ਜਵਾਬ ਨਹੀਂ ਹੈ। ਉਹ ਮੈਨੂੰ ਫਿਰ ਉਸੇ ਝੌਂਪੜੀ ਦੇ ਕੋਲ ਲੈ ਗਈ ਤੇ ਮੇਰੇ ਅੱਖਾਂ ਦੇ ਉੱਪਰ ਪੱਟੀ ਬੰਨ੍ਹ ਦਿੱਤੀ। ਜਿਉਂ ਹੀ ਉਸਨੇ ਪੱਟੀ ਬੰਨੀ ਤਾਂ ਮੈਂ ਬੇਹੋਸ਼ ਹੋ ਕੇ ਡਿੱਗ ਪਈ। ਫਿਰ ਮੈਨੂੰ ਨਹੀਂ ਪਤਾ ਲੱਗਿਆ ਕਿ ਮੇਰੇ ਨਾਲ ਕੀ ਹੋਇਆ। ਜਦੋਂ ਫਿਰ ਮੈਨੂੰ ਹੋਸ਼ ਆਈ ਤਾਂ ਮੈਂ ਆਪਣੇ ਘਰ ਆਪਣੀ ਮਾਂ ਕੋਲ ਸੀ ਤੇ ਮਾਂ ਮੇਰੇ ਕੋਲ ਬੈਠੀ ਰੋ ਰਹੀ ਸੀ। ਮੈਂ ਆਪਣੀ ਮਾਂ ਨੂੰ ਕਿਹਾ ਕਿ ਮਾਂ ਇਹ ਰੋਣ ਦਾ ਕੋਈ ਫਾਇਦਾ ਨਹੀਂ, ਇਸ ਕੰਮ ਵਿੱਚ ਤਾਂ ਤੂੰ ਵੀ ਸ਼ਾਮਲ ਹੈ। ਤੇਰੀ ਮਰਜ਼ੀ ਦੇ ਨਾਲ ਹੀ ਮੇਰੇ ਨਾਲ ਇਹ ਸਭ ਕੁਝ ਹੋ ਰਿਹਾ। ਤੂੰ ਆਪਣੀ ਧੀ ਨੂੰ ਆਪਣੇ ਹੱਥੀਂ ਹੀ ਮਾਰ ਰਹੀ ਹੈ। ਤੂੰ ਵੀ ਮੇਰੀ ਦੁਸ਼ਮਣ ਬਣ ਗਈ। ਮੈਨੂੰ ਅਗਲੇ ਦਿਨ ਦਾ ਇੰਤਜ਼ਾਰ ਸੀ, ਬਸ ਹੁਣ ਕਦੋਂ ਮੈਂ ਉਸਦੇ ਨਾਲ ਜਾਵਾਂ ਤੇ ਇਹ ਗੱਲ ਦਾ ਰਾਜ਼ ਜਾਣ ਸਕਾਂ। ਅਗਲੇ ਦਿਨ ਜਦੋਂ ਉਹਨਾਂ ਦੀ ਬੇਟੀ ਮੈਨੂੰ ਲੈਣ ਆਈ ਤਾਂ ਮੈਂ ਜਲਦੀ ਤਿਆਰ ਹੋ ਗਈ ਤੇ ਉਸਦੇ ਨਾਲ ਚੱਲ ਪਈ। ਜਦੋਂ ਫਿਰ ਅਸੀਂ ਉਸੇ ਰਸਤੇ ਰਾਹੀਂ ਝੌਂਪੜੀ ਦੇ ਕੋਲ ਪਹੁੰਚੀਆਂ ਤਾਂ ਉਸਨੇ ਮੇਰੀ ਅੱਖਾਂ ਦੇ ਉੱਪਰ ਪੱਟੀ ਬੰਨ੍ਹ ਦਿੱਤੀ ਤਾਂ ਝੌਂਪੜੀ ਤੋਂ ਬਾਹਰ ਚਲੀ ਗਈ। ਤਾਂ ਮੈਂ ਜਲਦੀ ਉਹ ਪੱਟੀ ਉਤਾਰ ਕੇ ਇੱਕ ਹੋਰ ਪੱਟੀ ਬੰਨ੍ਹ ਲਈ ਤੇ ਉਸ ਪੱਟੀ ਨੂੰ ਲੁਕੋ ਲਿਆ।
ਜਦੋਂ ਉਹ ਆਪ ਝੌਂਪੜੀ ਦੇ ਫੇਰ ਅੰਦਰ ਆਈ ਤਾਂ ਮੈਂ ਜਾਣ-ਬੁੱਝ ਕੇ ਬੇਹੋਸ਼ ਹੋਣ ਦੀ ਐਕਟਿੰਗ ਕਰੀ, ਪਰ ਮੈਂ ਬੇਹੋਸ਼ ਨਹੀਂ ਸੀ ਹੋਈ। ਮੈਨੂੰ ਸਭ ਕੁਝ ਪਤਾ ਚੱਲ ਰਿਹਾ ਸੀ ਕਿ ਮੇਰੇ ਨਾਲ ਕੀ ਹੋਣ ਵਾਲਾ ਹੈ। ਫਿਰ ਉਸਨੇ ਮੈਨੂੰ ਮੇਰੇ ਉੱਪਰ ਇੱਕ ਚਿੱਟੇ ਰੰਗ ਦੀ ਚਾਦਰ ਪਾ ਦਿੱਤੀ ਤੇ ਨਾਲ ਹੀ ਇੱਕ ਚਾਦਰ ਲੈ ਕੇ ਆਪ ਲੇਟ ਗਈ। ਫਿਰ ਇੱਕ ਬਾਬਾ ਆਇਆ ਤੇ ਉਸਨੇ ਕੁਝ ਮੰਤਰ ਜਾਪ ਕਰਨੇ ਸ਼ੁਰੂ ਕਰ ਦਿੱਤੇ। ਤਕਰੀਬਨ ਅੱਧਾ ਘੰਟਾ ਤੱਕ ਉਹ ਇਸੇ ਤਰ੍ਹਾਂ ਹੀ ਕਰਦਾ ਰਿਹਾ ਤੇ ਫਿਰ ਉਸਨੂੰ ਕਿਹਾ ਕਿ ਤੈਨੂੰ ਬਸ ਥੋੜੇ ਦਿਨਾਂ ਦੀ ਹੋਰ ਇਸੇ ਤਰ੍ਹਾਂ ਕਰਨਾ ਪਵੇਗਾ, ਫਿਰ ਇਹ ਬਿਮਾਰੀ ਤੇਰੇ ਸਰੀਰ ਵਿੱਚੋਂ ਇਸ ਦੇ ਸਰੀਰ ਅੰਦਰ ਚਲੀ ਜਾਵੇਗੀ। ਫਿਰ ਮੈਨੂੰ ਉਸਦੀ ਮਾਂ ਤੇ ਉਸਦਾ ਪਿਓ ਚੱਕ ਕੇ ਘਰ ਲੈ ਆਏ। ਫਿਰ ਜਦੋਂ ਵੀ ਮੈਨੂੰ ਹੋਸ਼ ਆਈ ਤਾਂ ਮੇਰੀ ਮਾਂ ਉਸੇ ਤਰ੍ਹਾਂ ਮੇਰੇ ਕੋਲ ਬੈਠੀ ਰੋ ਰਹੀ ਸੀ ਕਿ ਮਾਂ ਤੈਨੂੰ ਸਭ ਕੁਝ ਪਤਾ ਹੈ, ਤੂੰ ਫਿਰ ਵੀ ਕਿਉਂ ਰੋ ਰਹੀ ਹੈ? ਤੂੰ ਤਾਂ ਆਪਣੇ ਹੱਥੀਂ ਇਹ ਕੰਮ ਕਰਵਾ ਰਹੀ ਹੈ। ਤੂੰ ਮੈਨੂੰ ਅੱਜ ਸੱਚ-ਸੱਚ ਦੱਸ ਦੇ ਕਿ ਮੇਰੇ ਨਾਲ ਤੂੰ ਇਹ ਕਿਉਂ ਕਰਵਾ ਰਹੀ ਹੈ? ਤੈਨੂੰ ਮੇਰੀ ਸ਼ਾਇਦ ਪਰਵਾਹ ਨਹੀਂ ਹੈ। ਮੈਨੂੰ ਅੱਜ ਪਤਾ ਚੱਲ ਗਿਆ। ਮੈਂ ਅੱਜ ਹੋਸ਼ ਵਿੱਚ ਸੀ ਤੇ ਮੈਂ ਆਪਣੀ ਅੱਖੀਂ ਜੋ ਦੇਖਿਆ ਕਿ ਮੇਰੇ ਨਾਲ ਜੋ ਵੀ ਉੱਥੇ ਹੋਇਆ। ਜਦੋਂ ਮੈਂ ਇਸ ਤਰ੍ਹਾਂ ਕਿਹਾ ਤਾਂ ਮੇਰੀ ਮਾਂ ਰੋਂਦੀ ਹੋਈ ਉਸਨੇ ਕਿਹਾ ਕਿ ਧੀਏ, ਤੈਨੂੰ ਇੱਕ ਅਜਿਹੀ ਬਿਮਾਰੀ ਲੱਗੀ ਹੈ ਜਿਸ ਦਾ ਇਲਾਜ ਉਸ ਬਾਬੇ ਕੋਲ ਹੈ। ਜਦੋਂ ਮੈਂ ਬਿਮਾਰੀ ਦੀ ਗੱਲ ਸੁਣੀ ਤਾਂ ਮੈਂ ਆਪਣੀ ਮਾਂ ਨੂੰ ਕਿਹਾ ਕਿ ਕਮਲੀ ਮਾਂ, ਤੂੰ ਕਿਹੜੇ ਭਰਮਾਂ ਵਿੱਚ ਜੀ ਰਹੀ ਹੈ? ਮੈਨੂੰ ਨਹੀਂ ਬਿਮਾਰੀ, ਉਹਨਾਂ ਦੀ ਕੁੜੀ ਨੂੰ ਹੈ। ਉਹ ਆਪਣਾ ਇਲਾਜ ਕਰਵਾ ਰਹੇ ਹਨ। ਉਹਨਾਂ ਦੀ ਇਹ ਸਾਜ਼ਿਸ਼ ਹੈ ਤੇ ਉਹਨਾਂ ਦੀ ਹੀ ਕੁੜੀ ਨੂੰ ਅਜਿਹੀ ਬਿਮਾਰੀ ਲੱਗੀ ਹੈ ਜਿਸ ਨਾਲ ਉਸਦੀ ਮੌਤ ਹੋ ਸਕਦੀ ਹੈ। ਤਾਂ ਉਹ ਮੇਰੇ ਉੱਪਰ ਜਾਦੂ ਟੂਣੇ ਕਰਕੇ ਉਸ ਬਿਮਾਰੀ ਦਾ ਅਸਰ ਮੇਰੇ ਸਰੀਰ ਵਿੱਚ ਹੋ ਰਿਹਾ ਹੈ। ਜਦੋਂ ਮੇਰੀ ਮਾਂ ਨੇ ਇਹ ਗੱਲ ਸੁਣੀ ਤਾਂ ਉਹ ਹੈਰਾਨ ਹੋ ਗਈ ਤੇ ਘਬਰਾ ਗਈ ਕਿ ਇਹਨਾਂ ਨੇ ਤਾਂ ਮੈਨੂੰ ਆਪਣੀ ਚਾਲ ਵਿੱਚ ਫਸਾ ਲਿਆ ਤੇ ਕਿਹਾ ਕਿ ਅਸੀਂ ਤੇਰੀ ਧੀ ਦਾ ਇਲਾਜ ਕਰਵਾਵਾਂਗੇ। ਮੇਰੀ ਮਾਂ ਤੇ ਮੈਂ ਅਸੀਂ ਉਸ ਰਾਤ ਸੁੱਤੀਆਂ ਨਹੀਂ। ਅਸੀਂ ਉਸ ਰਾਤ ਪਲਾਨ ਬਣਾਇਆ ਕਿ ਅੱਜ ਰਾਤ ਉਸ ਘਰ ਨੂੰ ਛੱਡ ਕੇ ਕਿਤੇ ਦੂਰੋਂ ਚਲੀਆਂ ਜਾਵਾਂਗੀਆਂ। ਪਲਾਨ ਦੇ ਮੁਤਾਬਕ ਅਸੀਂ ਰਾਤ ਦੇ 1 ਵਜੇ ਆਪਣਾ ਸਮਾਨ ਬੰਨਿਆ ਤੇ ਰਾਤ ਨੂੰ ਨਿਕਲ ਪਈਆਂ। ਥੋੜੀ ਦੂਰ ਰੇਲਵੇ ਸਟੇਸ਼ਨ ਸੀ ਤੇ ਅਸੀਂ ਜਦੋਂ 2 ਵਜੇ ਗੱਡੀ ਆਈ ਉਸ ਵਿੱਚ ਚੜ ਗਈਆਂ। ਸਾਡੇ ਜਾਣ ਦਾ ਕੋਈ ਪਤਾ ਨਹੀਂ ਸੀ ਕਿ ਅਸੀਂ ਕਿੱਥੇ ਜਾਣਾ। ਬਸ ਅਸੀਂ ਉਹਨਾਂ ਲੋਕਾਂ ਤੋਂ ਦੂਰ ਜਾ ਕੇ ਜਿਉਣਾ ਚਾਹੁੰਦੀਆਂ ਸੀ। ਬਸ ਮੇਰੀ ਮਾਂ ਤਾਂ ਮੈਨੂੰ ਬਸ ਇੰਨਾ ਹੀ ਕਹਿੰਦੀ ਰਹੀ ਕਿ ਮੇਰੀ ਮਾੜੀ ਕਿਸਮਤ ਨੇ ਮੇਰੀ ਧੀ ਦੀ ਕਿਸਮਤ ਵੀ ਮਾੜੀ ਲਿਖ ਦਿੱਤੀ। ਬਸ ਹੁਣ ਦਿਨ ਕੱਟ ਰਹੀਆਂ। ਹਾਂਜੀ ਦੋਸਤੋ, ਅੱਜ ਦੀ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ? ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।